ਨਾਨਕ ਸਿੰਘ ਦਾ ਨਾਵਲ ਅੱਧ ਖਿੜਿਆ ਫੁੱਲ ਦਾ ਉੱਨੀ ਵਾਂਗ। ਪਸ਼ੂ ਬੇਕਾਬੂ ਹੋ ਜਾਏ ਤਾਂ ਰੱਸਿਆਂ ਨਾਲ, ਸੋਟਿਆਂ ਨਾਲ ਮਨੁੱਖ ਉਹਨੂੰ ਕਾਬੂ ਕਰ ਲੈਂਦਾ ਹੈ, ਪਰ ਜੇ ਮਨੁੱਖੀ ਮਨ ਬੇਕਾਬੂ ਹੋ ਜਾਏ ਤਾਂ ਸ਼ਾਇਦ ਇਹਦੇ ਫੜਨ ਲਈ ਕੋਈ ਰੱਸਾ ਪੈੜਾ ਨਹੀਂ। ਇੱਕ ਵਾਰੀ ਕਾਬੂ 'ਚੋਂ ਨਿਕਲਿਆ ਤਾਂ ਗਿਆ। ਕਈ ਦਿਨ ਬੀਤ ਗਏ ਪਰ ਕੁਲਦੀਪ ਨੂੰ ਪ੍ਰਕਾਸ਼ ਪਾਸੋਂ ਕੁਝ ਪੁੱਛਣ ਦਾ ਮੌਕਾ ਨਾ ਮਿਲ ਸਕਿਆ। ਜਾਂ ਇਉਂ ਕਹੋ ਕਿ ਪ੍ਰਕਾਸ਼ ਨੇ ਮੌਕਾ ਨਹੀਂ ਸੀ ਦਿੱਤਾ। ਸ਼ਿਕਾਰੀ ਜਾਲ ਉੱਤੇ ਚੋਗਾ ਸੁੱਟ ਕੇ ਆਪ ਪਰੇ ਹੋ ਗਿਆ ਤੇ ਸ਼ਿਕਾਰ ਪੈਰੋਂ ਪੈਰ ਜਾਲ 'ਚ ਵਧੀ ਆ ਰਿਹਾ ਸੀ। ਇਸ ਕਿਸਮ ਦੀ ਸ਼ਿਕਾਰ ਵਿੱਦਿਆ 'ਚ ਪ੍ਰਕਾਸ਼ ਨਿਪੁੰਨ ਸੀ। ਜਿਉਂ-ਜਿਉਂ ਪਿੱਛੇ ਹਟਦੀ ਗਈ ਕੁਲਦੀਪ ਅਗਾਂਹ ਵੱਧਦਾ ਆਇਆ। ਉਹਦਾ ਮਨ ਹਰ ਵੇਲੇ ਬੇਆਰਾਮ ਰਹਿਣ ਲੱਗਾ। ਜਿਸ ਰਾਤ ਦੁੱਧ ਦਾ ਗਲਾਸ ਦੇ ਕੇ ਪ੍ਰਕਾਸ਼ ਹੇਠਾਂ ਉਤਰੀ ਸੀ, ਉਹ ਤੋਂ ਪਿੱਛੋਂ ਕਈ ਦਿਨਾਂ ਤੱਕ ਉਹਨੇ ਕੁਲਦੀਪ ਦੇ ਸਾਹਮਣੇ ਅੱਖ ਉੱਚੀ ਨਹੀਂ ਕੀਤੀ, ਨਾ ਹੀ ਕਿਸੇ ਕੱਲ੍ਹ ਵੇਲੇ ਕੋਲੋਂ ਲੰਘੀ। ਦੁੱਧ ਪਹੁੰਚਾਉਣ ਜਾਂ ਕਿਸੇ ਹੋਰ ਸੇਵਾ ਜਿਹੇ ਕੰਮ ਵਾਲੀ ਲਈ ਵੀ ਉਹ ਕੋਈ ਨਾ ਕੋਈ ਬਹਾਨਾ ਪਾ ਕੇ ਗਿਆਨ ਕੌਰ ਨੂੰ ਉੱਪਰ ਭੇਜ ਦਿਆ ਕਰਦੀ। ਉਹਦੇ ਵਰਤਾਰੇ 'ਚ ਇੱਕਦਮ ਇੰਨੀ ਤਬਦੀਲੀ ਨੇ ਜਿੱਥੇ ਕੁਲਦੀਪ ਦੀ ਤੜਪ ਓੜਕ ਤੇ ਪਹੁੰਚਾਤੀ, ਉੱਥੇ ਉਹਦੇ ਦਿਲ 'ਚ ਕਈ ਤਰ੍ਹਾਂ ਦੇ ਸ਼ੰਕੇ ਵੀ ਉਤਪੰਨ ਹੋ ਰਹੇ ਸੀ। ਉਹ ਕਿਉਂ ਮੈਥੋਂ ਇਸ ਤਰ੍ਹਾਂ ਡਰਨ ਲੱਗ ਪਈ? ਕੀ ਮੇਰੀ ਉਸ ਦਿਨ ਵਾਲੀ ਗੱਲ ਨੂੰ ਗੁਸਤਾਖੀ ਸਮਝ ਕੇ ਉਹਨੇ ਬੁਰਾ ਮੰਨਿਆ ਹੈ? ਸ਼ਾਇਦ ਉਹਦਾ ਬੁਰਾ ਮੰਨਣਾ ਠੀਕ ਹੀ ਸੀ। ਇੱਕ ਬੇਗਾਨੀ ਜ਼ਨਾਨੀ ਨਾਲ ਇਸ ਤਰ੍ਹਾਂ ਦੀ ਖੁੱਲ੍ਹ ਲੈਣੀ ਕੀ ਮੇਰੇ ਲਈ ਮੁਨਾਸਿਬ ਸੀ? ਕੀ ਮੈਨੂੰ ਉਸ ਪਾਸੋਂ ਮਾਫ਼ੀ ਨਹੀਂ ਮੰਗਣੀ ਚਾਹੀਦੀ? ਪਰ ਇਹਦਾ ਵੀ ਤਾਂ ਮੌਕਾ ਮਿਲੇ। ਉਹ ਕਿਸੇ ਇਹੋ ਜਿਹੇ ਮੌਕੇ ਦੀ ਭਾਲ 'ਚ ਰਹਿੰਦਾ, ਪਰ ਇਸ ਵਿੱਚ ਉਹਨੂੰ ਸਫਲਤਾ ਨਾ ਮਿਲ ਸਕੀ ਤੇ ਇੱਕ ਦਿਨ ਆਪਣੇ ਆਪ ਹੀ ਮੌਕਾ ਬਣ ਗਿਆ। ਕਾਕੇ ਦੇ ਪਿੰਡੇ 'ਤੇ ਕਈਆਂ ਦਿਨਾਂ ਤੋਂ ਕੁਝ ਫਿਣਸੀਆਂ ਨਿਕਲ ਆਈਆਂ। ਸਧਾਰਨ ਦਵਾ ਦਾਰੂ ਨਾਲ ਕੋਈ ਫਰਕ ਨਾ ਪਿਆ, ਜਿਸ ਕਰਕੇ ਗਿਆਨ ਕੌਰ ਨੇ ਕੁਲਦੀਪ ਨੂੰ ਕਿਹਾ ਵੀ ਇਹਨੂੰ ਜੋਗਾ ਸਿੰਘ ਦੇ ਗੁਰਦੁਆਰੇ ਲਿਜਾ ਕੇ ਨੁਹਾ ਲਿਆਂਦਾ ਜਾਵੇ। ਭਾਈ ਜੋਗਾ ਸਿੰਘ ਦੇ ਗੁਰਦੁਆਰੇ ਐਤਵਾਰ ਬੜਾ ਭਾਰੀ ਮੇਲਾ ਲੱਗਦਾ ਹੈ। ਇਸ ਭੀੜ 'ਚ ਅੱਧ ਤੋਂ ਬਹੁਤਾ ਹਿੱਸਾ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਹੜੇ ਭਾਈ ਜੋਗਾ ਸਿੰਘ ਦੀ ਖੂਹੀ 'ਤੇ ਸਿਰਫ ਨਹਾਉਣ ਲਈ ਜਾਂਦੇ ਹੈ। ਇਸ ਖੂਹੀ ਦਾ ਪਾਣੀ ਕੁਝ ਗਾੜਾ ਤੇ ਲੱਸੀ ਰੰਗਾ ਹੈ, ਜਿਸ ਤੋਂ ਗੰਧਕ ਜਾਂ ਤੇਜ਼ਾਬ ਅਥਵਾ ਹੋਰ ਕਿਸੇ ਇਹੋ ਜਿਹੀ ਚੀਜ਼ ਦੀ ਮੁਸ਼ਕ ਆਉਂਦੀ ਹੈ। ਇਸ ਪਾਣੀ 'ਚ ਸਿਫਤ ਇਹ ਹੈ ਕਿ ਇਸ ਨਾਲ ਨਹਾਤਿਆਂ ਬਹੁਤ ਸਾਰੇ ਚਮੜੀ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ। ਐਤਵਾਰ ਸੀ। ਸਵੇਰੇ ਉੱਠਦਿਆਂ ਹੀ ਗਿਆਨ ਕੌਰ ਉੱਪਰ ਆ ਕੇ ਕੁਲਦੀਪ ਨੂੰ ਕਹਿਣ ਲੱਗੀ, ਕਾਕਾ ਮੈਨੂੰ ਤੇ ਭੀੜ ਭੜੱਕੇ ਤੋਂ ਡਰ ਲੱਗਦਾ ਹੈ, ਨਾਲੇ ਗੋਡਿਆਂ ਦੀ ਪੀੜ ਕਰਕੇ ਕਾਕੇ ਨੂੰ ਕੁੱਛੜ ਚੁੱਕ ਕੇ ਟੁਰਿਆ ਨਹੀਂ ਜਾਣਾ। ਤੂੰ ਹੀ ਉਹ ਲੈ ਜਾ ਤੇ ਜ਼ਰਾ ਇਸ਼ਨਾਨ ਕਰਵਾ ਲਿਆ ਸੂ, ਵਿਚਾਰਾ ਡਾਢਾ ਔਖਾ ਹੈ। ਕੁਲਦੀਪ ਬੋਲਿਆ, ਮੈਂ ਲੈ ਤੇ ਜਾਵਾਂ ਪਰ ਸਾਰੇ ਰਾਹ ਚੁੱਕਾਂਗਾ ਕੀਕਣ, ਤੇ ਜੇ ਰੋ ਪਿਆ ਤਾਂ ਮੇਰੇ ਆਖੇ ਚੁੱਪ ਵੀ ਨਹੀਂ ਕਰਨਾ ਉਹਨੇ। ਮਾਂ ਨੇ ਕਿਹਾ, ਪ੍ਰਕਾਸ਼ ਨੂੰ ਨਾਲ ਲਈ ਜਾ ਫਿਰ। ਇਸ ਵਾਕ ਨੇ ਸਿਰ ਤੋਂ ਪੈਰਾਂ ਤੀਕ ਜਿਵੇਂ ਕੁਲਦੀਪ ਦੇ ਸਰੀਰ 'ਚ ਬਿਜਲੀ ਦੀ ਰੌਂ ਫੇਰ ਦਿੱਤੀ। ਹੁਣ ਮੰਨਾ ਜਿਹਾ ਮੂੰਹ ਬਣਾ ਕੇ ਬੋਲਿਆ, ਚੰਗਾ। ਕੁਲਦੀਪ ਦੀ ਮਾਂ ਨੇ ਹੇਠਾਂ ਜਾ ਕੇ ਛੇਤੀ ਨਾਲ ਪ੍ਰਕਾਸ਼ ਦੇ ਕੱਪੜੇ ਬਦਲਵਾਏ, ਉਹਨੂੰ ਜਾਣ ਲਈ ਤਿਆਰ ਕੀਤਾ। ਜਦ ਹੇਠਾਂ ਆ ਕੇ ਕੁਲਦੀਪ ਨੇ ਦੇਖਿਆ ਤਾਂ ਇਹ ਉਹ ਪ੍ਰਕਾਸ਼ ਨਹੀਂ ਸੀ। ਗੂੜੀ ਫਿਰੋਜ਼ੀ ਰੰਗ ਦੀ ਸਲਵਾਰ, ਮੋਤੀਆ ਰੰਗ ਦੀ ਕਮੀਜ਼ ਤੇ ਉੱਤੇ ਚਿਕਨ ਦਾ ਦੁਪੱਟਾ, ਮਾਨੋ ਕੋਈ ਪਰੀ ਉੱਡਣ ਲਈ ਤਿਆਰ ਖੜੀ ਸੀ। ਅੱਜ ਉਹਨੇ ਵਾਲ ਵੀ ਉਚੇਚੇ ਯਤਨ ਨਾਲ ਵਾਹੇ ਮਾਲੂਮ ਹੁੰਦੇ ਸਨ। ਇਹ ਸਾਰੇ ਕੱਪੜੇ ਕੁਲਦੀਪ ਦੇ ਪਛਾਤੇ ਹੋਏ ਸਨ, ਸਤਵੰਤ ਦੇ, ਜਿਹੜੇ ਗਿਆਨ ਕੌਰ ਨੇ ਖੁਸ਼ ਹੋ ਕੇ ਇੱਕ ਦਿਨ ਪ੍ਰਕਾਸ਼ ਨੂੰ ਦੇ ਦਿੱਤੇ ਸਨ। ਇਸ ਤੋਂ ਕੋਈ ਅੱਧਾ ਕੁ ਘੰਟਾ ਬਾਅਦ ਕੁਲਦੀਪ ਤੇ ਪ੍ਰਕਾਸ਼ ਟਾਂਗੇ ਦੀ ਪਿਛਲੀ ਸੀਟ 'ਤੇ ਬੈਠੇ ਸ਼ਹਿਰ ਵੱਲ ਜਾ ਰਹੇ ਸਨ। ਕੁਲਦੀਪ ਨੇ ਵੇਖਿਆ ਪ੍ਰਕਾਸ਼ ਨੇ ਪੂਰਾ ਘੁੰਡ ਤਾਂ ਨਹੀਂ ਸੀ ਕੱਢਿਆ ਹੋਇਆ, ਪਰ ਉਸਦੇ ਦੁਪੱਟੇ ਦਾ ਪੱਲਾ ਇੰਨਾ ਨੀਵਾਂ ਜ਼ਰੂਰ ਸੀ ਜਿਹਨੇ ਉਹਦੇ ਚਿਹਰੇ ਨੂੰ ਅੱਧੇ ਤੋਂ ਬਹੁਤਾ ਲੁਕਾਇਆ ਹੋਇਆ ਸੀ, ਤੇ ਇਸ ਅੱਧ ਲੁਕੇ ਚਿਹਰੇ ਨੇ ਕੁਲਦੀਪ ਦੇ ਸੀਨੇ 'ਤੇ ਇੱਕ ਹੋਰ ਬਾਣ ਛੱਡਿਆ। ਰੇਲ ਦੇ ਫਾਟਕ ਕੋਲ ਪਹੁੰਚ ਕੇ ਟਾਂਗਾ ਰੁਕ ਗਿਆ। ਫਾਟਕ ਬੰਦ ਸੀ। ਟਾਂਗੇ ਤੋਂ ਇਲਾਵਾ ਹੋਰ ਵੀ 2-3 ਲਾਰੀਆਂ ਖੜੀਆਂ ਸਨ। ਇਸ ਤੋਂ ਪਹਿਲਾਂ ਸਾਰੇ ਰਾਹ ਇਹਨਾਂ 'ਚੋਂ ਕੋਈ ਗੱਲਕੱਥ ਨਹੀਂ ਸੀ ਹੋਈ। ਇਸ ਵੇਲੇ ਸਬੱਬ ਨਾਲ ਕੋਚਵਾਨ ਉਤਰ ਕੇ ਘੋੜੇ ਦੇ ਤੰਗ ਕੱਸ ਰਿਹਾ ਸੀ ਤੇ ਕੁਲਦੀਪ ਦੀ ਸਲਾਹ ਹੋਈ ਕਿ ਪ੍ਰਕਾਸ਼ ਨਾਲ ਗੱਲਬਾਤ ਦਾ ਸਿਲਸਿਲਾ ਛੇੜੇ। ਉਹਨੇ ਇੱਕ ਸਿੱਕਵੀਂ ਜਿਹੀ ਨਜ਼ਰ ਉਸ ਵੱਲ ਚੁੱਕੀ। ਕਾਕਾ ਪ੍ਰਕਾਸ਼ ਦੇ ਮੋਢੇ ਨਾਲ ਸੁੱਤਾ ਸੀ। ਕੁਲਦੀਪ ਦੀ ਨਜ਼ਰ ਪੈਂਦੇ ਹੀ ਉਹਦੀਆਂ ਅੱਖਾਂ ਚੁੱਕ ਗਈਆਂ। ਦੁਬਾਰਾ ਉਸ ਵੱਲ ਤੱਕਣ ਦਾ ਕੁਲਦੀਪ ਹਿਆ ਨਾ ਕਰ ਸਕਿਆ। ਹੁਣ ਉਹ ਮੂੰਹ ਦੂਜੇ ਪਾਸੇ ਕਰਕੇ ਜ਼ਾਹਿਰਾ ਇਹ ਦੇਖਣ ਲਈ ਇੱਕ ਫਾਟਕ ਖੁੱਲ੍ਹਿਆ ਕਿ ਨਹੀਂ ਅਨੁਮਾਨ ਲਾਉਣ ਲੱਗਾ ਕਿ ਪ੍ਰਕਾਸ਼ ਦੀਆਂ ਅੱਖਾਂ 'ਚ ਉਹਨੇ ਕੀ ਪੜ੍ਹਿਆ ਹੈ। ਗੁੱਸਾ? ਇਹ ਤਾਂ ਨਹੀਂ ਸੀ। ਪਿਆਰ? ਇਹਦਾ ਵੀ ਕੋਈ ਐਡਾ ਝਲਕਾਰਾ ਨਹੀਂ ਸੀ। ਫਿਰ ਕੀ ਨਫ਼ਰਤ? ਜੇ ਵੀ ਹੁੰਦੀ ਤਾਂ ਉਹ ਅੱਖਾਂ ਝੁਕਾਉਣ ਦੀ ਥਾਂ ਮੂੰਹ ਦੂਜੇ ਪਾਸੇ ਮੋੜ ਲੈਂਦੀ।
ਇਸ ਵੇਲੇ ਖੜ-ਖੜ ਕਰਕੇ ਫਾਟਕ ਖੁੱਲਿਆ। ਟਾਂਗਾ ਗਾਂਹ ਤੁਰ ਪਿਆ। ਕੁਲਦੀਪ ਦੇ ਦਿਲ ਦੀ ਧੜਕਣ ਬਰਾਬਰ ਵੱਧਦੀ ਜਾ ਰਹੀ ਸੀ। ਡੱਬਗਰੀ ਦਰਵਾਜ਼ੇ ਦੇ ਅੱਡੇ 'ਤੇ ਪਹੁੰਚ ਕੇ ਟਾਂਗਾ ਰੁਕਿਆ ਤੇ ਦੋਵੇਂ ਹੇਠਾਂ ਉਤਰੇ। ਜੇ ਕੁਲਦੀਪ ਚਾਹੁੰਦਾ ਤਾਂ ਟਾਂਗਾ ਹੋਰ ਵੀ ਅਗਾਂਹ ਜਾ ਸਕਦਾ ਸੀ, ਕਿਉਂਕਿ ਟਾਂਗਾ ਉਹਨਾਂ ਨੇ ਸਾਲਮ ਕਿਰਾਏ 'ਤੇ ਕੀਤਾ ਸੀ, ਪਰ ਸ਼ਾਇਦ ਕੁਲਦੀਪ ਨੇ ਇੱਥੇ ਉਤਰਨਾ ਠੀਕ ਸਮਝਿਆ। ਦੋਵੇਂ ਦਰਵਾਜ਼ੇ ਅੰਦਰ ਦਾਖਲ ਹੋਏ। ਅੱਗੇ-ਅੱਗੇ ਕੁਲਦੀਪ, ਪਿੱਛੇ-ਪਿੱਛੇ ਪ੍ਰਕਾਸ਼, ਜਿਸ ਨੇ ਮੱਥੇ ਤੋਂ ਪੱਲਾ ਖਿੱਚ ਕੇ ਥੋੜ੍ਹਾ ਜਿਹਾ ਹੋਰ ਨੀਵਾਂ ਕਰ ਲਿਆ ਸੀ। ਕੁਲਦੀਪ ਜਿੰਨੀ ਵਾਰੀ ਉਹਦੇ ਪਹਿਰਾਵੇ ਨੂੰ ਦੇਖਦਾ, ਓਨੀ ਵੇਰਾ ਉਹਨੂੰ ਇਉਂ ਜਾਪਦਾ ਜਿਵੇਂ ਉਹਦੇ ਮਗਰ-ਮਗਰ ਪ੍ਰਕਾਸ਼ ਨੇ ਸਤਵੰਤ ਤੁਰੀ ਆ ਰਹੀ ਹੈ। ਕੁਛ ਅੱਗੇ ਜਾ ਕੇ ਸੱਜੇ ਪਾਸੇ ਮੁੜਨਾ ਸੀ। ਕੁਲਦੀਪ ਮੁੜ ਗਿਆ, ਪਰ ਪ੍ਰਕਾਸ਼ ਕਈ ਕਦਮ ਸਿੱਧੀ ਅਗਾਂਹ ਲੰਘ ਗਈ। ਉਹਨੇ ਰੁੱਕ ਕੇ ਆਵਾਜ਼ ਦਿੱਤੀ, ਪ੍ਰਕਾਸ਼, ਇਸ ਪਾਸੇ। ਗੱਲਾਂ ਦਾ ਸਿਲਸਿਲਾ ਇੱਥੋਂ ਹੀ ਸ਼ੁਰੂ ਹੋ ਗਿਆ। ਮਾਲੂਮ ਹੁੰਦਾ ਤੂੰ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਕਦੀ ਨਹੀਂ ਆਈ। ਪ੍ਰਕਾਸ਼ ਮੁੜ ਪਈ, ਪਰ ਕੁਲਦੀਪ ਦੀ ਗੱਲ ਦਾ ਉਹਨੇ ਕੋਈ ਉੱਤਰ ਨਾ ਦਿੱਤਾ। ਅਲਬੱਤਾ ਪੱਲਾ ਉਹਨੇ ਉਚੇਰਾ ਕਰ ਲਿਆ। ਇੱਕ ਵਾਰੀ ਫੇਰ ਕੁਲਦੀਪ ਦੀ ਨਜ਼ਰ ਉਹਦੀਆਂ ਅੱਖਾਂ 'ਤੇ ਜਾ ਟਿਕੀ। ਜਿਵੇਂ ਪ੍ਰਕਾਸ਼ ਦੀਆਂ ਅੱਖਾਂ 'ਚੋਂ ਕੋਈ ਅਣਡਿੱਠ ਜਿਹੀ ਲਾਟ ਨਿਕਲ ਕੇ ਕੁਲਦੀਪ ਦੇ ਹਿਰਦੇ ਨੂੰ ਲੂਹ ਗਈ। ਪ੍ਰਕਾਸ਼ ਨੇ ਕੁਛ ਅਜਿਹੀ ਅਦਾ ਨਾਲ ਉਸ ਵੱਲ ਤੱਕਿਆ ਕਿ ਕੁਲਦੀਪ ਆਪਣੇ ਆਪ 'ਚ ਨਾ ਰਿਹਾ। ਪਰ ਇਹ ਸਿਲਸਿਲਾ ਇੱਥੇ ਹੀ ਖਤਮ ਹੋ ਗਿਆ। ਗੁਰਦੁਆਰੇ ਜਾਣ ਆਉਣ ਵਾਲਿਆਂ ਦਾ ਤਾਣਾ ਤਣਦਾ ਜਾ ਰਿਹਾ ਸੀ। ਕਈ ਮਹੱਲੇ ਤੇ ਗਲੀਆਂ ਮੁੜਨ ਤੋਂ ਬਾਅਦ ਭਾਈ ਜੋਗਾ ਸਿੰਘ ਦਾ ਮਹੱਲਾ ਆਇਆ। ਇੱਥੇ ਪਹੁੰਚ ਕੇ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਜਨਾਨੀਆਂ ਛੱਡ ਕੇ ਮਰਦਾਂ ਨੂੰ ਵੀ ਲੰਘਣਾ ਮੁਹਾਲ ਸੀ। ਕਿਸੇ ਤਰ੍ਹਾਂ ਬਾਬਾ ਕਾਹਨ ਦੇ ਡੇਰੇ ਤੱਕ ਤਾਂ ਪ੍ਰਕਾਸ਼ ਕਾਕੇ ਨੂੰ ਚੁੱਕੀ ਤੁਰੀ ਗਈ, ਪਰ ਇਸ ਤੋਂ ਅੱਗੇ ਜਦ ਮਹੱਲੇ ਦੀ ਭੀੜ ਪੱਤੀ 'ਚ ਦਾਖਲ ਹੋਣ ਲੱਗੀ ਤਾਂ ਕਾਕਾ ਉਸ ਪਾਸੋਂ ਡਿੱਗਦਾ ਬਚਿਆ। ਕੁਲਦੀਪ ਨੇ ਝੱਟ ਗਾਂਹ ਹੋ ਕੇ ਕਾਕੇ ਨੂੰ ਫੜ ਲਿਆ। ਨਾਲ ਹੀ ਪ੍ਰਕਾਸ਼ ਨੂੰ ਭੀੜ ਪਾਸੋਂ ਬਚਾਉਣ ਲਈ ਉਹਦੇ ਬਿਲਕੁਲ ਨਾਲ ਹੋ ਗਿਆ। ਕਿਸੇ ਤਰ੍ਹਾਂ ਦੋਵੇਂ ਪੱਤੀ ਦਾ ਫਾਟਕ ਲੰਘੇ। ਅੰਦਰਲੀ ਭੀੜ ਦਾ ਕੋਈ ਪਾਰ ਨਹੀਂ ਸੀ। ਇਸ 'ਤੇ ਮੁਸੀਬਤ ਇਹ ਸੀ ਕਿ ਗਲੀ ਦੇ ਦੋਹੀਂ ਪਾਸੇ, ਖੱਬੇ ਸੱਜੇ, ਸਾਰੇ ਥਾਂ ਮੁਨਿਆਰੀ ਵਾਲੀਆਂ ਦੀਆਂ ਫਿਰਤੂ ਦੁਕਾਨਾਂ, ਆਲੂ ਛੋਲਿਆਂ, ਗੋਲ ਗੱਪਿਆਂ ਦੇ ਢਾਬਿਆਂ ਤੇ ਮੰਗਤਿਆਂ ਨੇ ਰੋਕੀ ਹੋਈ ਸੀ। ਸੌੜੀ ਗਲੀ, ਫਿਰ ਦੁਕਾਨਾਂ, ਢਾਬਿਆਂ ਅੱਗੇ ਗਾਹਕਾਂ ਦੀ ਭੀੜ ਰੱਬ ਦਏ ਤੇ ਬੰਦਾ ਸਹੇ। ਵਿਚਾਰੀਆਂ ਪਸ਼ੌਰਨਾਂ, ਜਿਨ੍ਹਾਂ ਨੂੰ ਹਫ਼ਤੇ 'ਚ ਮਸੇ ਆਲੂ ਛੋਲੇ ਤੇ ਗੋਲ ਗੱਪੇ ਖਾਣ ਦੀ ਖੁੱਲ੍ਹੀ ਛੁੱਟੀ ਮਿਲੀ ਸੀ, ਮੁਸੀਬਤ ਦੇ ਮੂੰਹ ਆਈਆਂ ਹੋਈਆਂ ਸਨ। ਛਾਬੇ ਵਾਲਾ ਆਪਣਾ ਛਾਬੇ ਦੁਆਲੇ ਬੈਠੀਆਂ ਗਾਹਕਣੀਆਂ ਦੀ ਗੋਲ ਕਤਾਰ ਨੂੰ ਬਿਜਲੀ ਦੀ ਤੇਜ਼ੀ ਨਾਲ ਗੋਲ ਗੱਪੇ ਭਰ ਕੇ ਦੇਈ ਜਾਂਦਾ ਸੀ ਕਿ ਭੀੜ ਦਾ ਰੇਲਾ ਜੋ ਆਇਆ। ਕਈਆਂ ਗਾਹਕਾਂ ਦੇ ਹੱਥੋਂ ਡੂਨੇ ਭੁੰਜੇ ਡਿੱਗ ਪਏ। ਇੱਕ ਦੇ ਮੂੰਹ 'ਚ ਭਰੀ ਗੋਲ ਗੱਪੇ ਦੀ ਕਾਂਜੀ ਪੁੱਚ ਕਰਕੇ ਛਾਬੇ 'ਤੇ ਜਾ ਪਈ। ਇੱਕ ਹੋਰ ਦਾ ਗੋਡਾ ਵੱਜਣ ਨਾਲ ਛਾਬਾ ਇੱਕ ਪਾਸੇ ਤੋਂ ਉਲਰ ਗਿਆ। ਛਾਬੇ ਵਾਲਾ ਗਾਹਕ ਨੂੰ ਘੂਰਦਾ ਸੀ ਤੇ ਗਾਹਕ ਅੱਧਾ ਗੋਲ ਗੱਪਾ ਮੂੰਹ 'ਚ ਤੇ ਅੱਧਾ ਬਾਹਰ ਭੀੜ ਵੱਲ ਇਸ਼ਾਰਾ ਕਰਕੇ ਆਪਣੀ ਨਿਰਦੋਸ਼ਤਾ ਪ੍ਰਗਟ ਕਰ ਰਿਹਾ ਸੀ। ਇਹੋ ਹਾਲ ਮੁਨਿਆਰਾਂ ਤੇ ਬਾਕੀ ਦੁਕਾਨਦਾਰਾਂ ਦਾ ਸੀ। ਸਭ ਤੋਂ ਬਹੁਤੀ ਕਾਵਾਂ ਰੌਲੀ ਡਕੌਤਾਂ ਨੇ ਪਾਈ ਸੀ, ਜਿਹੜੇ ਥਾਂ ਥਾਈਂ ਜੁੱਤੀਆਂ ਬੂਟਾਂ ਦਾ ਖਿਲਾਰਾ ਪਾਈ ਬੈਠੇ ਸਨ ਤੇ ਦੂਰੋਂ ਆਉਂਦੇ ਯਾਤਰੀਆਂ ਨੂੰ ਵੇਖ ਕੇ ਬੋਲ ਉੱਠਦੇ, ਮਾਈ ਇੱਥੇ ਰੱਖ ਜੋੜਾ, ਤੇ ਸਰਦਾਰ ਜੀ, ਕਾਕਾ, ਬਾਊ ਜੀ, ਜੋੜਾ ਇੱਥੇ ਰੱਖੋ ਜੀ। ਭੀੜ ਨੂੰ ਧੱਕਦੇ ਠੇਲਦੇ ਦੋਵੇਂ ਆਖਰ ਖੂਹੀ ਤੱਕ ਪਹੁੰਚ ਗਏ। ਕੁਲਦੀਪ ਦੇ ਖੱਬੇ ਹੱਥ 'ਚ ਕਾਕਾ ਸੀ, ਸੱਜੇ ਹੱਥ 'ਚ ਉਹਨੇ ਪ੍ਰਕਾਸ਼ ਦਾ ਹੱਥ ਫੜਿਆ ਸੀ। ਵਿਚਾਰੀ ਪ੍ਰਕਾਸ਼ ਦਾ ਬੁਰਾ ਹਾਲ ਸੀ। ਦੁਪੱਟਾ ਸਿਰ ਤੋਂ ਲੱਥ ਕੇ ਗਲ 'ਚ ਪਿਆ ਸੀ ਤੇ ਚੋਖੇ ਚਿਰ ਦੀ ਮਿਹਨਤ ਨਾਲ ਸਵਾਰੇ ਵਾਲ ਬਿਖਰ ਗਏ ਸਨ। ਉਹਦੇ ਚਿਹਰੇ ਤੋਂ ਘਬਰਾਹਟ ਦੇ ਚਿੰਨ੍ਹ ਪ੍ਰਗਟ ਹੋ ਰਹੇ ਸਨ। ਭੀੜ ਵਿੱਚੋਂ ਨਿਕਲਦਿਆਂ ਹੀ ਉਹਨੇ ਕੱਪੜਾ ਲੱਤਾ ਠੀਕ ਕੀਤਾ ਤੇ ਕਾਕੇ ਨੂੰ ਕੁਲਦੀਪ ਪਾਸੋਂ ਫੜ ਚੁਬੱਚੇ ਵੱਲ ਚਲੀ ਗਈ। ਜਦ ਪ੍ਰਕਾਸ਼ ਕਾਕੇ ਨੂੰ ਨੁਹਾ ਚੁੱਕੀ, ਗੁਰਦੁਆਰੇ ਮੱਥਾ ਟੇਕ ਕੇ ਕੁਝ ਮੰਨਤ ਮਨੌਤ, ਜਿਹੜੀ ਗਿਆਨ ਕੌਰ ਨੇ ਕਹੀ ਸੀ, ਚੜ੍ਹਾ ਕੇ ਦੁਬਾਰਾ ਭੀੜ ਨਾਲ ਘੁਲਦੇ ਕਿਸੇ ਤਰ੍ਹਾਂ ਬਾਹਰ ਨਿਕਲੇ। ਕੁਲਦੀਪ ਦੇ ਮਨੋਂ ਭਾਵ, ਜਿਨ੍ਹਾਂ ਨੂੰ ਉਹ ਹੁਣ ਜਲਦੀ ਪ੍ਰਕਾਸ਼ ਅੱਗੇ ਖੋਲ੍ਹਣਾ ਚਾਹੁੰਦਾ ਸੀ, ਅਜੇ ਤੀਕ ਉਹਦੇ ਅੰਦਰ ਹੀ ਡੱਕੇ ਹੋਏ ਸਨ। ਉਹ ਚਾਹੁੰਦਾ ਸੀ ਕਿਤੇ ਇਕਾਂਤ ਬੈਠ ਕੇ ਉਹਨਾਂ ਨੂੰ ਪ੍ਰਗਟ ਕਰਨਾ। ਤੇ ਜਦ ਇਹ ਦੋਵੇਂ ਡੱਬਗਰੀ ਦਰਵਾਜ਼ੇ ਕੋਲ ਪਹੁੰਚੇ ਤਾਂ ਕੁਲਦੀਪ ਨੇ ਸੰਗਦਿਆਂ ਕਿਹਾ, ਪ੍ਰਕਾਸ਼, ਜੇ ਤੂੰ ਕਹੇ ਤਾਂ 5 ਤੀਰਥ ਵੱਲੋਂ ਵੀ ਹੁੰਦੇ ਚੱਲੀਏ। ਬੜੀ ਮੁੱਦਤ ਹੋਈ ਹੈ ਮੈਨੂੰ ਉਸ ਪਾਸੇ ਗਿਆ। ਚਲੋ ਪ੍ਰਕਾਸ਼ ਨੇ ਬਿਨਾਂ ਉਸ ਵੱਲ ਤੱਕਿਆਂ ਕਹਿ ਦਿੱਤਾ। ਕੁਲਦੀਪ ਦੀ ਜਾਨ 'ਚ ਜਾਨ ਆਈ। ਉਹਨੂੰ ਡਰ ਸੀ ਮਤੇ ਪ੍ਰਕਾਸ਼ ਇਨਕਾਰ ਕਰ ਦੇਵੇ। 5 ਤੀਰਥ ਦਾ ਟਾਂਗਾ ਕਰਕੇ ਦੋਵੇਂ ਸਵਾਰ ਹੋ ਗਏ। ਅੰਗ 20ਵਾਂ। ਕਚਹਿਰੀ ਦਰਵਾਜ਼ਿਓਂ ਨਿਕਲਦਿਆਂ ਵੱਡੀ ਸੜਕ ਪਾਰ ਕਰਕੇ ਇੱਕ ਪੁਰਾਣੀ ਸੈਰਗਾਹ ਹੈ, ਜਿਹਨੂੰ 5 ਤੀਰਥੀ ਕਹਿੰਦੇ ਹੈ। ਇਹ ਪੁਰਾਣੇ ਸਮੇਂ ਦੀ ਇੱਕ ਸਦਾ ਜਿਉਂਦੀ ਯਾਦ ਹੈ। ਇਹਦੀ ਪ੍ਰਾਚੀਨਤਾ ਬਾਬਤ ਸਹੀ ਤੌਰ 'ਤੇ ਕੁਝ ਨਹੀਂ ਆਖਿਆ ਜਾ ਸਕਦਾ, ਕਿਉਂਕਿ ਕਿਸੇ ਹਿੰਦੂ ਇਤਿਹਾਸ 'ਚ ਇਹਦਾ ਜ਼ਿਕਰ ਨਹੀਂ।
ਜ਼ਬਾਨੀ ਰਵਾਇਤਾਂ ਇਸ ਬਾਬਤ ਕਈ ਪ੍ਰਚਲਿਤ ਹਨ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਇਹ ਹੈ ਕਿ 5 ਤੀਰਥ 5 ਪਾਂਡਵਾਂ ਦਾ ਬਨਵਾਸ ਸਥਾਨ ਸੀ। ਉਹਨਾਂ ਨੇ ਆਪਣੀ ਜਲਾਵਤਨੀ ਦੇ ਬਹੁਤ ਸਾਰੇ ਸਾਲ ਇੱਥੇ ਬਿਤਾਏ ਸਨ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਕਿਸੇ ਪੰਚਮ ਰਿਸ਼ੀ ਨੇ ਇੱਥੇ ਤਪੱਸਿਆ ਕੀਤੀ ਸੀ। ਇਤਿਹਾਸਿਕ ਤੌਰ 'ਤੇ ਇਸ ਥਾਂ ਦੀ ਕੋਈ ਮਹੱਤਤਾ ਭਾਵੇਂ ਹੋਵੇ ਭਾਵੇਂ ਨਾ, ਪਰ ਹੈ ਇਹ ਥਾਂ ਬੜਾ ਰਮਣੀਕ ਤੇ ਦਿਲ ਖਿੱਚਵਾਂ। ਅੱਧ ਮੀਲ ਦੀ ਵਲਗਣ 'ਚ ਸੰਘਣੇ ਦਰਖਤਾਂ ਦੀ ਛਾਂ, ਜਗ੍ਹਾ ਜਗ੍ਹਾ ਉਮਾਹੂ ਚਸ਼ਮੇ ਤੇ ਬੌਲੀਆਂ, ਜਿਨ੍ਹਾਂ ਦਾ ਠੰਡਾ ਨਿਰਮਲ ਪਾਣੀ ਨਿਰੰਤਰ ਵਹਿੰਦਾ ਰਹਿੰਦਾ ਹੈ। ਖੁੱਲ੍ਹੇ ਸਵੱਛ ਤੇ ਘਾਹ ਨਾਲ ਢਕੇ ਮੈਦਾਨ, ਅਨੇਕਾਂ ਮੰਦਰ, ਬਾਰਾਂਦਰੀਆਂ ਤੇ ਚਬੂਤਰੇ ਦੀ ਪੁਰਾਤਨਤਾ ਤੇ ਸੁਹੱਪਣ ਦੀ ਹਾਮੀ ਭਰਦੇ ਹਨ। ਗਰਮੀਆਂ 'ਚ ਇਸ ਥਾਂ ਬੜੀ ਗਹਿਮਾ ਗਹਿਮੀ ਰਹਿੰਦੀ ਹੈ। ਰੋਜ਼ ਸੈਂਕੜੇ ਲੋਕੀ ਗਰਮੀ ਤੋਂ ਬਚਣ ਲਈ ਇਸ ਸੀਤਲ ਕੁੰਜ ਦੀ ਸ਼ਰਨ ਲੈਂਦੇ ਹਨ। ਪਿਸ਼ਾਵਰ ਵਿੱਚ ਗਰਮੀਆਂ ਦੀ ਰੁੱਤੇ ਸੈਲ ਪਾਉਣ ਦਾ ਆਮ ਰਿਵਾਜ ਹੈ। ਜਿੱਥੇ 2-4 ਸਾਥੀ ਰਲੇ, ਵਿਹਲੀ ਦਿਹਾੜੀ ਮਿਲੀ ਕਿ ਚਲੋ ਅੱਜ ਸੈਲ ਪਾਈਏ। ਇਹ ਸੈਲ ਪਾਉਣਾ ਬੜੀ ਸੁਆਦਲੀ ਪਿਕਨਿਕ ਹੁੰਦੀ ਹੈ। ਰਸਦ ਪਾਣੀ ਘਰਾਂ ਤੋਂ ਲੈ ਕੇ ਅਨੇਕਾਂ ਟੋਲੀਆਂ ਇੱਥੇ ਮੌਜੂਦ ਹੁੰਦੀਆਂ। ਥਾਂ ਥਾਂ ਚੁੱਲ੍ਹੇ ਭੱਠੀਆਂ ਗਰਮ ਹੋ ਜਾਂਦੇ ਹੈ। ਅਫਸੋਸ ਵਾਲੀ ਗੱਲ ਇਹ ਹੈ ਕਿ ਸਮੇਂ ਦੇ ਕੁਝ ਪ੍ਰਭਾਵ ਨੇ ਇਸ ਥਾਂ ਨੂੰ ਕਾਫੀ ਅਪਵਿੱਤਰ ਕਰ ਦਿੱਤਾ ਹੈ। ਨਹੀਂ ਤਾਂ 5 ਤੀਰਥੀ ਸੱਚਮੁੱਚ ਹੀ ਆਪਣੇ ਆਪ 'ਚ ਕਦੇ 5 ਤੀਰਥ ਦੀ ਮਹਾਨਤਾ ਰੱਖਦਾ ਹੋਏਗਾ। ਇਹਨਾਂ ਸੈਲ ਪਾਉਣ ਵਾਲੇ ਟੋਲਿਆਂ 'ਚ ਬਹੁਤ ਗਿਣਤੀ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਇਸ ਥਾਂ ਸਿਰਫ ਅਯਾਸ਼ੀ ਦੀਆਂ ਘੜੀਆਂ ਬਿਤਾਉਣ ਲਈ ਆਉਂਦੇ ਹੈ। ਸ਼ਰਾਬ ਦੀਆਂ ਬੋਤਲਾਂ ਕਈ ਵਾਰ ਇੱਥੋਂ ਦੇ ਚਸ਼ਮਿਆਂ ਦੀ ਤੇਜ਼ੀ ਨੂੰ ਮਾਤ ਪਾਉਂਦੀਆਂ ਵੇਖੀਆਂ ਜਾਂਦੀਆਂ। ਜਿਉਂ-ਜਿਉਂ ਸਿਆਲ ਆਉਂਦਾ ਹੈ, ਇਸ ਥਾਂ ਦੀ ਰੌਣਕ ਘਟਦੀ ਜਾਂਦੀ ਹੈ। ਸੈਲਾਨੀ ਟੋਲੀਆਂ ਦੀ ਥਾਂ ਅੱਜ ਕੱਲ੍ਹ ਕੋਈ ਭਗਤ ਜਨ ਇਸ਼ਨਾਨ ਲਈ ਜਾਂ ਪੂਜਾ ਪਾਠ ਲਈ ਇਸ ਪਾਸੇ ਆ ਨਿਕਲਦਾ ਹੈ। ਨਹੀਂ ਤਾਂ ਇੰਨੀ ਦਿਨੀ ਅਕਸਰ ਸੁੰਨਸਾਨ ਰਹਿੰਦੀ ਹੈ। 5 ਤੀਰਥ ਦੀ ਇੱਕ ਨੁੱਕਰੇ ਕਟੋਰੀ ਖੂਹੀ ਬੜਾ ਪ੍ਰਸਿੱਧ ਇਸ਼ਨਾਨ ਸਥਾਨ ਹੈ। ਇਹ ਖੂਹੀ ਕੰਢਿਆਂ ਤੀਕ ਭਰੀ ਰਹਿੰਦੀ ਹੈ ਤੇ ਇਹਦਾ ਪਾਣੀ ਹਰ ਵੇਲੇ ਉੱਪਰੋਂ ਤਰ ਕੇ ਵਗਦਾ ਰਹਿੰਦਾ ਹੈ। ਇਹਦੇ ਲਾਗੇ ਕਰਕੇ ਇੱਕ ਛੋਟੀ ਜਿਹੀ ਬਾਰਾਂਦਰੀ ਹੈ। ਕੁਲਦੀਪ ਦੇ ਪ੍ਰਕਾਸ਼ ਫਿਰਦੇ ਫਰਾਉਂਦੇ 9 ਵਜੇ ਦੇ ਲਗਭਗ ਇੱਥੇ ਆ ਕੇ ਬੈਠ ਗਏ। ਲਾਗੇ ਪਾਸੇ ਕੋਈ ਆਦਮੀ ਨਹੀਂ ਸੀ, ਜਿਸ ਕਰਕੇ ਕੁਲਦੀਪ ਨੇ ਦਿਲ ਖੋਲ੍ਹਣ ਦਾ ਇਹ ਚੰਗਾ ਮੌਕਾ ਖਿਆਲ ਕੀਤਾ। ਉਹਨੇ ਇੱਕ ਵਾਰੀ ਪ੍ਰਕਾਸ਼ ਵੱਲ ਤੱਕਿਆ ਤੇ ਫਿਰ ਜ਼ਰਾ ਰੁੱਕ ਕੇ ਬੋਲਿਆ, ਪ੍ਰਕਾਸ਼। ਪ੍ਰਕਾਸ਼ ਨੇ ਕਟਲੀ ਜਿਹੀ ਅਦਾ ਨਾਲ ਉਸ ਵੱਲ ਤੱਕਿਆ ਤੇ ਬੋਲੀ, ਹਾਂਜੀ। ਤੂੰ ਕੁਝ ਗੁੱਸੇ ਮੇਰੇ ਨਾਲ? ਮੈਂ? ਨਹੀਂ। ਉਹਨੇ ਦੂਜੇ ਪਾਸੇ ਮੂੰਹ ਕਰ ਲਿਆ। ਝੂਠ ਨਾ ਬੋਲ ਪ੍ਰਕਾਸ਼, ਤੁਹਾਡੇ ਅੱਗੇ ਝੂਠ ਮੈਂ ਕਦੇ ਨਹੀਂ ਬੋਲ ਸਕਦੀ। ਉਹਨੇ ਨਜ਼ਰ ਮੋੜ ਕੇ ਉਸ ਵੱਲ ਤੱਕਿਆ। ਐਤਕੀ ਪ੍ਰਕਾਸ਼ ਦੀ ਬੇਸੰਕੋਚ ਨਜ਼ਰ ਕੁਲਦੀਪ ਉੱਤੇ ਪਈ, ਜਿਹਨੇ ਉਹਦਾ ਰਸਤਾ ਸਾਫ਼ ਕਰ ਦਿੱਤਾ। ਉਹ ਬੋਲਿਆ, ਉਸ ਦਿਨ ਤੋਂ ਪਿੱਛੋਂ ਤੂੰ ਕਦੀ ਮੇਰੇ ਸਾਹਮਣੇ ਨਹੀਂ ਹੋਈ, ਇਹਦੀ ਕੀ ਵਜ੍ਹਾ? ਕਿਸ ਦਿਨ ਤੋਂ? ਜਿਸ ਦਿਨ ਤੂੰ ਮੈਨੂੰ ਦੁੱਧ ਦਾ ਗਲਾਸ ਦੇ ਕੇ ਗਈ ਸੈਂ। ਪ੍ਰਕਾਸ਼ ਚੁੱਪ ਰਹੀ। ਮੇਰੇ ਕੋਲੋਂ ਉਸ ਦਿਨ ਕੋਈ ਵਧੀਕੀ ਹੋਈ ਸੀ? ਕੁਲਦੀਪ ਦੇ ਮੱਥੇ 'ਤੇ ਤਰੇਲੀਆਂ ਆ ਰਹੀਆਂ ਸਨ। ਨਹੀਂ, ਪ੍ਰਕਾਸ਼ ਨੇ ਇੰਨਾ ਹੀ ਉੱਤਰ ਦਿੱਤਾ। ਪਰ ਮੈਂ ਤਾਂ ਤੇਰੇ ਕੋਲੋਂ ਕਈ ਗੱਲਾਂ ਪੁੱਛਣੀਆਂ ਚਾਹੁੰਦਾ ਸੀ ਤੇ ਤੂੰ? ਕੁਲਦੀਪ ਨੇ ਸੰਗਦਿਆਂ ਕਿਹਾ, ਪ੍ਰਕਾਸ਼ ਦੱਸੇਂਗੀ ਜੋ ਮੈਂ ਪੁੱਛਾਂਗਾ, ਪੁੱਛੋ। ਪ੍ਰਕਾਸ਼ ਨੇ ਇੱਕ ਵਾਰੀ ਫਿਰ ਉਸ ਵੱਲ ਤੱਕਿਆ। ਕੁਲਦੀਪ ਦਾ ਦਿਲ ਬੇਕਾਬੂ ਹੁੰਦਾ ਜਾ ਰਿਹਾ ਸੀ। ਤੇਰੇ ਵਰਗੀ ਚੰਗੇ ਘਰਾਣੇ ਦੀ ਲੜਕੀ ਨੂੰ ਇਹੋ ਜਿਹੀ ਘਟੀਆ ਨੌਕਰੀ ਕਿਉਂ ਕਰਨੀ ਪਈ ਪ੍ਰਕਾਸ਼? ਚੰਗੇ ਘਰਾਣੇ ਦੀ ਸ਼ਬਦ ਦੀ ਥਾਂ ਸ਼ਾਇਦ ਉਹ ਕੁਝ ਹੋਰ ਸੋਹਣੀ, ਹੁਸੀਨ ਆਦਿ ਵਿਸ਼ੇਸ਼ਣ ਜੋੜਨਾ ਚਾਹੁੰਦਾ ਸੀ, ਪਰ ਇਹ ਉਹ ਤੋਂ ਨਾ ਹੋ ਸਕਿਆ। ਤੇ ਜੋ ਕੁਝ ਉਹ ਕਹਿ ਗਿਆ ਉਸ ਬਾਬਤ ਵੀ ਉਹਨੂੰ ਡਰ ਸੀ ਕਿ ਪ੍ਰਕਾਸ਼ ਗੁੱਸਾ ਨਾ ਕਰ ਲਏ। ਪਰ ਉਹਦਾ ਖਿਆਲ ਗਲਤ ਨਿਕਲਿਆ। ਪ੍ਰਕਾਸ਼ ਦੇ ਚਿਹਰੇ 'ਤੇ ਗੁੱਸੇ ਜਾਂ ਸੰਕੋਚ ਦਾ ਹੁਣ ਕੋਈ ਚਿੰਨ੍ਹ ਨਹੀਂ ਸੀ। ਉਹ ਠੰਡਾ ਸਾਹ ਭਰ ਕੇ ਬੋਲੀ, ਕਿਸਮਤ ਜੋ ਨਾ ਕਰਾਏ ਥੋੜ੍ਹਾ। ਜੇ ਕੋਈ ਹਰਜ਼ ਨਾ ਸਮਝੇ ਤਾਂ ਮੈਂ ਤੇਰਾ ਹਾਲ ਸੁਣਨਾ ਚਾਹੁੰਦਾ ਵਾਂ। ਉਹਦਾ ਦਿਲ ਕੰਬ ਰਿਹਾ ਸੀ, ਜਿਵੇਂ ਇੱਕ ਮੁਲਜ਼ਮ ਦਾ ਹਾਕਮ ਦੇ ਸਾਹਮਣੇ। ਉਹਨੂੰ ਕਿਸੇ ਵੇਲੇ ਸੋਚ ਆਉਂਦੀ, ਮੈਂ ਇਸ ਪਾਸੋਂ ਕਿਉਂ ਇੰਨਾ ਡਰ ਰਿਹਾ? ਇੱਕ ਨੌਕਰਾਣੀ ਪਾਸੋਂ। ਕਾਕਾ ਇਸ ਵੇਲੇ ਪ੍ਰਕਾਸ਼ ਦੀ ਗੋਦੀ 'ਚ ਸੁੱਤਾ ਸੀ। ਪ੍ਰਕਾਸ਼ ਨੇ ਐਤਕੀ ਇੱਕ ਨਵੀਂ ਜਿਹੀ ਨਜ਼ਰ ਨਾਲ ਕੁਲਦੀਪ ਵੱਲ ਤੱਕਿਆ, ਜਿਸ ਵਿੱਚ ਉਹ ਕੁਲਦੀਪ ਨੂੰ ਸਾਂਝ ਤੇ ਅਪਣੱਤ ਦੀ ਝਲਕ ਵਿਖਾਈ ਦਿੱਤੀ। ਉਹ ਸਰਕ ਕੇ ਜ਼ਰਾ ਉਹਦੇ ਨਾਲ ਹੋ ਬੈਠਾ, ਮਾਨੋ ਕਿਸੇ ਉੱਚੇ ਤੇ ਅਪਹੁੰਚ ਪਹਾੜ 'ਤੇ ਚੜ੍ਹਨ ਦਾ ਇਰਾਦਾ ਕਰਕੇ। ਉਹਨੇ ਸਹਿਜ ਨਾਲ ਪ੍ਰਕਾਸ਼ ਦੇ ਹੱਥ ਨੂੰ ਫੜ ਲਿਆ। ਦਿਲ ਦੀ ਧੜਕਨ ਹੋਰ ਤੇਜ਼ ਹੋ ਗਈ। ਪ੍ਰਕਾਸ਼, ਜੇ ਤੂੰ ਮੈਨੂੰ ਆਪਣਾ ਦਿਲ ਦਿਖਾ ਸਕੇ ਤਾਂ ਮੈਂ ਵੀ। ਤੇ ਉਹ ਵਾਕ ਨੂੰ ਪੂਰਾ ਨਾ ਕਰ ਸਕਿਆ। ਪ੍ਰਕਾਸ਼ ਨੇ ਹੱਥ ਨੂੰ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਹਨੂੰ ਕੁਲਦੀਪ ਨੇ ਆਪਣੇ ਪ੍ਰੇਮ ਸੰਗਰਾਮ ਦੀ ਪਹਿਲੀ ਜਿੱਤ ਸਮਝਿਆ।
ਪਰ ਪ੍ਰਕਾਸ਼ ਦੀਆਂ ਅੱਖਾਂ 'ਚ ਉਹਨੂੰ ਬੇਬਸੀ ਜਿਹੀ ਦੀ ਝਲਕ ਦਿਸ ਰਹੀ ਸੀ। ਤੁਸੀਂ ਪੁੱਛ ਕੇ ਕੀ ਕਰੋਗੇ? ਪ੍ਰਕਾਸ਼ ਜਿਵੇਂ ਆਪਣੀ ਬੇਬਸੀ ਨੂੰ ਉਸ ਅੱਗੇ ਪ੍ਰਗਟ ਨਹੀਂ ਸੀ ਕਰਨਾ ਚਾਹੁੰਦੀ। ਮੇਰੇ ਮਾਂ ਪਿਓ ਨਿੱਕੇ ਹੁੰਦਿਆਂ ਹੀ ਮਰ ਗਏ ਸਨ। ਮੈਂ ਆਪਣੇ ਹੋਸ਼ ਯਤੀਮਖਾਨੇ 'ਚ ਸੰਭਾਲੀ ਸੀ। 15 ਵਰ੍ਹਿਆਂ ਦੀ ਸੀ ਜਦੋਂ ਯਤੀਮਖਾਨੇ ਵਾਲਿਆਂ ਮੈਨੂੰ ਇੱਕ ਬਿਮਾਰ ਬੁੱਢੇ ਦੇ ਹੱਥ ਸੌਂਪ ਦਿੱਤਾ। ਸੌਂਪ ਦਿੱਤਾ? ਕੁਲਦੀਪ ਨੇ ਹਮਦਰਦੀ ਭਰੀ ਹੈਰਾਨੀ 'ਚ ਪੁੱਛਿਆ। ਮਤਲਬ ਕਿ ਵਿਆਹ ਦਿੱਤਾ? ਵਿਆਹ ਦਿੱਤਾ ਸਮਝੋ, ਭਾਵੇਂ ਵੇਚ ਦਿੱਤਾ, ਤੇ ਉਹ 4-5 ਵਰ੍ਹਿਆਂ ਤੋਂ ਵੱਧ ਨਾ ਜੀ ਸਕਿਆ। ਓ, ਕੁਲਦੀਪ ਨੇ ਪੂਰੇ ਦੁੱਖ 'ਚ ਕਿਹਾ। ਤੂੰ ਵਿਧਵਾ ਹੋ ਗਈ ਫਿਰ? ਫਿਰ ਮੈਨੂੰ ਭੈੜੀਆਂ ਨਜ਼ਰਾਂ ਤੋਂ ਆਪਣਾ ਆਪ ਬਚਾਉਣਾ ਔਖਾ ਹੋ ਗਿਆ। ਕਈ ਪਾਪੀ ਹੱਥ ਧੋ ਕੇ ਮੇਰੇ ਪਿੱਛੇ ਪਏ ਹੋਏ ਸਨ, ਪਰ ਮੈਂ ਕਿਸੇ ਨਵੇਂ ਖਤਰੇ 'ਚ ਪੈ ਕੇ ਆਪਣੇ ਆਪ ਨੂੰ ਬਰਦਾਸ਼ਤ ਨਹੀਂ ਸੀ ਕਰਨਾ ਚਾਹੁੰਦੀ। ਇਸੇ ਲਈ ਉਹਨਾਂ ਦੀ ਅੱਖ ਬਚਾ ਕੇ ਨੱਸ ਗਈ ਤੇ ਫਿਰ ਮੈਂ ਬਿਮਾਰ ਪੈ ਗਈ। ਤੂੰ ਰਹਿਣ ਵਾਲੀ ਕਿੱਥੋਂ ਦੀ ਹੈ ਪ੍ਰਕਾਸ਼? ਮੁਲਤਾਨ ਦੇ ਇਲਾਕੇ ਦੀ। ਮੇਰੇ ਮਾਂ ਪਿਓ ਸ਼ਾਹੂਕਾਰਾ ਕਰਦੇ ਸਨ। ਫਿਰ ਤੂੰ ਇੱਥੇ ਆ ਗਈ? ਵਰਿਆਮ ਸਿੰਘ ਨਾਲ ਤੇਰੀ ਜਾਣ ਪਛਾਣ ਕਿਸ ਤਰ੍ਹਾਂ ਹੋਈ? ਉਹਨਾਂ ਮੇਰੇ 'ਤੇ ਜਿਹੜਾ ਉਪਕਾਰ ਕੀਤਾ ਉਹਨੂੰ ਮੈਂ ਸਾਰੀ ਉਮਰ ਨਹੀਂ ਭੁਲਾ ਸਕਦੀ। ਸਕੇ ਸਾਕ ਵੀ ਇੰਨੀ ਹਮਦਰਦੀ ਨਹੀਂ ਕਰਦੇ ਜਿੰਨੀ ਪਾਪਾ ਜੀ ਮੇਰੇ ਨਾਲ ਕੀਤੀ ਹੈ। ਜੇ ਉਹ ਨਾ ਹੁੰਦੇ ਤਾਂ ਅੱਜ ਤੀਕ ਮੈਂ ਕਦੇ ਦੀ ਮਰ ਚੁੱਕੀ ਹੁੰਦੀ। ਕੁਲਦੀਪ ਨੇ ਵੇਖਿਆ ਪ੍ਰਕਾਸ਼ ਦੀਆਂ ਅੱਖਾਂ ਦੀਆਂ ਪਲਕਾਂ ਸ਼ੁਕਰਗੁਜ਼ਾਰੀ ਦੇ ਭਾਰ ਨਾਲ ਝੁਕੀਆਂ ਸਨ। ਸਿਰਫ ਨੌਕਰੀ ਦਿਵਾਉਣ ਦਾ ਉਪਕਾਰ ਕਿ ਹੋਰ ਵੀ ਕੁਝ? ਪੁੱਛਣ ਵੇਲੇ ਕੁਲਦੀਪ ਦੇ ਅੰਦਰੋਂ ਵਰਿਆਮ ਸਿੰਘ ਲਈ ਘਿਰਣਾ ਤੇ ਈਰਖਾ ਦੇ ਅਲੰਬੇ ਉੱਠ ਰਹੇ ਸਨ। ਪ੍ਰਕਾਸ਼ ਬੋਲੀ, ਇਹ ਵੀ ਤੇ ਥੋੜ੍ਹਾ ਨਹੀਂ, ਉਹਨਾਂ ਦੇ ਵਸੀਲੇ ਨਾਲ ਮੈਨੂੰ ਤੁਹਾਡੇ ਘਰ 'ਚ ਨੌਕਰੀ ਮਿਲ ਗਈ। ਧੰਨਵਾਦ। ਚੱਲਦਾ।